Once again, welcome back to the program. ਚੰਗੇ ਸਾਹਿਤ ਨੂੰ ਪ੍ਰਮੋਟ ਕਰਨ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਹੈ ਪੰਜਾਬੀ ਆਰਸੀ ਰਾਈਟਰਸ ਕਲੱਬ। ਇਸ ਸੰਸਥਾ ਦਾ ਕੀ ਮੁੱਖ ਉਦੇਸ਼ ਹੈ, ਕਿਉਂ ਇਹ ਬਣਾਈ ਗਈ ਤੇ ਕਿਸ ਤਰੀਕੇ ਨਾਲ ਜੋ ਖਾਸ ਤੌਰ ਤੇ ਨਵੀਂ ਪਨੀਰੀ ਉਸ ਨੂੰ ਜੋੜਨ ਲਈ ਕੁਝ ਯਤਨ ਕੀਤੇ ਜਾ ਰਹੇ ਨੇ ਆਪਣੇ ਸਾਹਿਤ ਨਾਲ, ਇਸ ਬਾਰੇ ਗੱਲਬਾਤ ਕਰਨਗੇ ਤਨਦੀਪ ਤਮੰਨਾ ਜੀ ਜਿਹੜੇ ਕਿ ਇਸ ਸੰਸਥਾ ਦੇ ਪ੍ਰੈਜ਼ੀਡੈਂਟ ਹਨ। ਜੈਨ ਜੀ, ਵੈਲਕਮ ਟੂ ਦ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਭਾਜੀ ਤੁਹਾਡਾ ਅਤੇ ਜੋਏ ਟੀਵੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਮੌਕਾ ਪ੍ਰਦਾਨ ਕੀਤਾ ਕਿ ਮੈਂ ਆ ਕੇ ਪੰਜਾਬੀ ਆਰਸੀ ਦੇ ਬਾਰੇ ਗੱਲਬਾਤ ਕਰ ਸਕਾਂ। ਸੋ ਕੀ ਹੈ ਕੀ ਜੀ ਇਹ ਸੰਸਥਾ, ਕਿਉਂ ਤੁਸੀਂ ਸੋਚਿਆ ਹੈ, ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਨੇ, ਇਸ ਨੂੰ ਬਣਾਉਣ ਦਾ ਕਿਸ ਤਰ੍ਹਾਂ ਮਨ ਬਚਾਇਆ? ਜੀ ਸਾਡੇ ਲੋਅਰ ਮੇਨਲੈਂਡ ਦੇ ਵਿੱਚ ਕਾਫੀ ਸਾਹਿਤ ਸਭਾਵਾਂ ਸਨ ਔਰ ਸਾਰੀਆਂ ਆਪਣੀ ਜਗ੍ਹਾ ਦੇ ਉੱਤੇ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਤੇ ਸਾਰੀਆਂ ਸਾਹਿਤ ਨੂੰ ਪ੍ਰਮੋਟ ਕਰ ਰਹੀਆਂ ਨੇ ਤੇ ਪਰ ਪੰਜਾਬੀ ਆਰਸੀ ਜਿਹੜਾ ਸੀਗਾ ਇਹ ਜੋ ਕਲੱਬ ਹੈ, ਇਹਦਾ ਪਹਿਲਾਂ ਅਸੀਂ ਬਲੌਗ ਸਟਾਰਟ ਕੀਤਾ ਸੀ। ਸਾਹਿਤਕ ਬਲੌਗ ਸੀ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ, ਜਿਹਦੇ ਵਿੱਚ ਤਕਰੀਬਨ 400 ਤੋਂ ਲੈ ਕੇ 500 ਤੱਕ ਜਿਹੜੇ ਪੰਜਾਬੀ ਦੇ ਲੇਖਕ ਨੇ, ਉਹਨਾਂ ਦੀ ਸਾਰੇ ਜਿਹੜੇ ਉਮਦਾ ਰਾਈਟਰ ਨੇ, ਸ਼ਾਇਰ ਨੇ, ਉਹਨਾਂ ਦੀ ਹਾਜ਼ਰੀ ਹੁਣ ਤੱਕ ਲੱਗ ਚੁੱਕੀ ਹੈ ਔਰ ਇਹ ਦੁਨੀਆ ਭਰ ਦੇ ਹਰ ਕੋਨੇ ਦੇ ਵਿੱਚ ਜਿੱਥੇ ਵੀ ਸਾਹਿਤ ਪ੍ਰੇਮੀ ਬੈਠੇ ਨੇ ਉੱਥੇ ਇਹ ਬਲੌਗ ਪੜ੍ਹਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਇਹ 2007 ਦੇ ਵਿੱਚ ਅਸੀਂ ਸਟਾਰਟ ਕੀਤਾ ਸੀ ਐਂਡ ਇਹਦਾ ਬਹੁਤ ਹੀ ਟ੍ਰੀਮੈਂਡਸ ਸਾਨੂੰ ਰਿਸਪੌਂਸ ਮਿਲਿਆ ਤੇ ਹਜੇ ਤੱਕ ਮੈਂ ਇਹਨੂੰ ਅਪਡੇਟ ਕਰਦੀ ਹਾਂ। ਤੇ ਉਸ ਤੋਂ ਬਾਅਦ ਜਿਹੜਾ ਪੰਜਾਬੀ ਆਰਸੀ ਰਾਈਟਰਸ ਕਲੱਬ ਸੀ ਉਹ ਅਸੀਂ 2008 ਦੇ ਵਿੱਚ ਸ਼ੁਰੂ ਕੀਤਾ ਸੀ। ਰਾਈਟ, ਸੋ ਪਿਛਲੇ 5 ਸਾਲਾਂ ਤੋਂ ਇਹ ਕਲੱਬ ਜੋ ਹੈ ਇਹ ਰਾਈਟਰਸ ਵਾਸਤੇ ਇੱਕ ਬੜਾ ਨੋਡਲ ਪੁਆਇੰਟ ਜਿਹੜਾ ਬਣਿਆ ਪਿਆ। ਜੀ ਬਿਲਕੁਲ। ਕੀ ਦਾ ਮੁੱਖ ਉਦੇਸ਼ ਕੀ ਹੈਗਾ ਜੀ? ਇਸ ਦਾ ਮੁੱਖ ਉਦੇਸ਼ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨਾ। ਜੋ ਚੰਗੀਆਂ ਸਾਹਿਤਕ ਮਿਆਰੀ ਰਚਨਾਵਾਂ ਨੇ ਔਰ ਰਾਈਟਰ ਨੇ, ਕਈ ਵਾਰੀ ਉਹ ਹਾਈਲਾਈਟ ਦੇ ਵਿੱਚ ਨਹੀਂ ਆਉਂਦੇ, ਸੋ ਅਸੀਂ ਉਹਨਾਂ ਨੂੰ ਹਾਈਲਾਈਟ ਕਰਦੇ ਹਾਂ। ਇੱਕ ਚੀਜ਼ ਜਿਹੜੀ ਵੇਖਣ ਨੂੰ ਮਿਲਦੀ ਹੈ ਕਿ ਸਾਹਿਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਨਵੀਂ ਪਨੀਰੀ ਦੇ ਵਿੱਚ ਉਹ ਇੱਕ ਇੰਨਾ ਇੰਟਰਸਟ ਨਹੀਂ ਹੈਗਾ, ਉਸ ਨੂੰ ਕਿਵੇਂ ਤੁਸੀਂ ਪ੍ਰਮੋਟ ਕਰਨ ਵਾਸਤੇ ਕੁਝ ਕੋਸ਼ਿਸ਼ਾਂ ਕਰ ਰਹੇ ਹੋ? ਉਸ ਦੇ ਲਈ ਅਸੀਂ ਫੇਸਬੁੱਕ ਦੇ ਉੱਤੇ ਵੀ ਪੰਜਾਬੀ ਆਰਸੀ ਰਾਈਟਰਸ ਕਲੱਬ ਚਲਾਏ ਹੋਏ ਨੇ। ਤਿੰਨ ਚਾਰ ਵੱਖਰੇ ਵੱਖਰੇ ਗਰੁੱਪ ਨੇ ਜਿਨ੍ਹਾਂ ਦੇ ਵਿੱਚ ਅਸੀਂ ਨੌਜਵਾਨ ਪਨੀਰੀ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ ਔਰ ਉਹਨਾਂ ਦੇ ਵਿੱਚੋਂ ਕੁਝ ਬੱਚੇ ਮੈਂ ਵੇਖਿਆ ਕਿ ਬਹੁਤ ਜ਼ਿਆਦਾ ਇੰਟਰਸਟਿਡ ਨੇ ਸਾਹਿਤ ਦੇ ਵਿੱਚ, ਪਰ ਉਹਨਾਂ ਨੂੰ ਅੱਗੇ ਗਾਈਡ ਕਰਨ ਵਾਲਾ ਕੋਈ ਨਹੀਂ ਹੈ। ਸੋ ਮੈਂ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਗਾਈਡ ਵੀ ਕਰ ਰਹੀ ਹਾਂ। ਪੰਜਾਬੀ ਆਰਸੀ ਗਰੁੱਪ ਉੱਥੇ ਚੱਲਦੇ ਨੇ 3-4 ਡਿਫਰੈਂਟ ਔਰ ਮੇਰੀ ਕੋਸ਼ਿਸ਼ ਇਹ ਵੀ ਹੈ ਕਿ ਮੈਂ ਜ਼ਿਆਦਾ ਦੇਰ ਤੱਕ ਸ਼ਾਇਦ ਖੁਦ ਇਹ ਇਕੱਲੀ ਭਾਰ ਨਾ ਚੁੱਕ ਸਕਾਂ। ਸੋ 3-4 ਛੋਟੀ ਆਪਣੇ ਤੋਂ ਛੋਟੀ ਉਮਰ ਦੇ ਜੋ ਬੱਚੇ ਨੇ ਜਾਂ ਕਹਿ ਦਿਓ ਯੰਗਸਟਰਸ ਨੇ, ਉਹਨਾਂ ਨੂੰ ਮੈਂ ਨਾਲ ਰਲਾਇਆ ਹੈ ਔਰ ਉਹਨਾਂ ਨੂੰ ਟ੍ਰੇਨ ਕਰ ਰਹੀ ਹਾਂ। ਰਾਈਟ, ਸੋ ਤਨਦੀਪ ਜੀ ਇਹ ਦੱਸੋ ਕਿ ਪਹਿਲਾਂ ਤਾਂ ਥੋੜ੍ਹਾ ਜਿਹਾ ਤੁਹਾਡਾ ਪਿਛੋਕੜ, ਤੁਸੀਂ ਕਿਵੇਂ ਪ੍ਰੇਰਿਤ ਹੋਏ ਇਸ ਪਾਸੇ ਆਉਣ ਨੂੰ? ਕਿਉਂਕਿ ਇਹਦੇ ਬਾਰੇ ਤਾਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹ ਲਿਖ ਲਿਆ, ਕਿਤਾਬਾਂ ਛਪਵਾ ਲੀਆਂ, ਆਪਸ 'ਚ ਹੀ ਵੰਡ ਲੀਆਂ, ਖੁਸ਼ ਹੋ ਗਏ, ਇਸ ਤਰ੍ਹਾਂ ਦੀ ਇੱਕ ਸੋਚ ਹੈਗੀ ਹੈ। ਕਿਉਂਕਿ ਸਾਡੀ ਇੱਕ ਇਹ ਵੀ ਚੀਜ਼ ਹੈ ਕਿ ਚੰਗੇ ਸਾਹਿਤ ਨੂੰ ਖਰੀਦਣ ਵਾਸਤੇ ਵੀ ਕੋਈ ਅੱਗੇ ਨਹੀਂ ਆਉਂਦਾ ਹੈਗਾ। ਸੋ ਇਹਦੇ ਵਾਸਤੇ ਥੋੜ੍ਹਾ ਜਿਹਾ ਦੱਸੋ ਤੁਸੀਂ ਕਿਵੇਂ ਪ੍ਰੇਰਿਤ ਹੋਏ? ਤੁਸੀਂ ਬਹੁਤ ਚੰਗਾ ਪੁਆਇੰਟ ਰੇਜ਼ ਕੀਤਾ ਇੱਥੇ ਹਰਪ੍ਰੀਤ ਜੀ। ਉਹ ਇਹੀ ਗੱਲ ਹੈ ਕਿ ਕਿਤਾਬਾਂ ਛਪ ਜਾਂਦੀਆਂ ਨੇ ਔਰ ਜੋ ਚੰਗਾ ਸਾਹਿਤ ਹੈ ਉਹ ਛਪਤਾ ਜਾਂਦਾ ਹੈ ਔਰ ਉਹ ਚੰਗੇ ਪਾਠਕਾਂ ਦੇ ਹੱਥਾਂ ਦੇ ਵਿੱਚ ਨਹੀਂ ਪਹੁੰਚਦਾ। ਉਸ ਦਾ ਕਾਰਨ ਇਹ ਹੈ ਕਿ ਸਾਹਿਤ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਹੀ ਨਹੀਂ, ਹਿੰਦੀ ਦੇ ਵਿੱਚ, ਉਰਦੂ ਦੇ ਵਿੱਚ, ਕਿਉਂਕਿ ਮੈਂ ਉਰਦੂ ਵੀ ਜਾਣਦੀ, ਮੈਂ ਪੜ੍ਹਦੀ ਰਹਿੰਦੀ ਹਾਂ ਔਰ ਬਹੁਤ ਜ਼ਿਆਦਾ ਰੀਸਾਈਕਲਿੰਗ ਆ ਰਹੀ ਹੈਗੀ ਹੈ, ਖਾਸ ਤੌਰ 'ਤੇ ਫੇਸਬੁੱਕ ਦੇ ਜ਼ਰੀਏ ਔਰ ਬਲੌਗਾਂ ਦੇ ਜ਼ਰੀਏ। ਔਰ ਮੈਂ ਇਹ ਕੋਸ਼ਿਸ਼ ਕੀਤੀ ਹੈ ਕਿ ਮੈਂ ਧਿਆਨ ਰੱਖਦੀ ਹਾਂ ਫੇਸਬੁੱਕ ਦੇ ਉੱਤੇ ਵੀ ਬੜੇ ਮਾਈਨਿਊਟਲੀ ਉਹਨਾਂ ਨੂੰ ਅਬਜ਼ਰਵ ਕਰਦੀ ਹਾਂ ਤੇ ਮੇਰਾ ਇਰਾਦਾ ਇਹ ਸੀ ਕਿ ਇਹਨਾਂ ਦੇ ਵਿੱਚੋਂ ਚੰਗੇ ਰਾਈਟਰ ਨੇ ਜਿਹੜੇ ਬਿਲਕੁਲ ਹੀ ਇੱਕ ਸ਼ੇਡ ਦੇ ਵਿੱਚ ਜਾ ਕੇ ਬੈਠੇ ਹੋਏ ਨੇ, ਉਹਨਾਂ ਨੂੰ ਹਾਈਲਾਈਟ ਕੀਤਾ ਜਾਵੇ। ਤੇ ਬਾਕੀ ਫਿਰ ਮੈਨੂੰ ਘਰੋਂ ਬਹੁਤ ਜ਼ਿਆਦਾ ਪ੍ਰੇਰਨਾ ਸੀ ਮੇਰੇ ਡੈਡੀ ਜੀ ਉਸਤਾਦ ਗਜ਼ਲ ਗੋ ਜਨਾਬ ਗੁਰਦਰਸ਼ਨ ਬਾਦਲ ਸਾਹਿਬ। ਉਹਨਾਂ ਨੇ ਵੀ, ਮੈਂ ਉਹਨਾਂ ਦੇ ਨਾਲ ਜਦੋਂ ਇਹ ਆਈਡੀਆ ਮੇਰੇ ਦਿਮਾਗ ਦੇ ਵਿੱਚ ਆਇਆ 2007 ਦੇ ਵਿੱਚ ਤੇ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਫਿਰ ਮੈਨੂੰ ਕਾਫੀ ਹੱਲਾਸ਼ੇਰੀ ਦਿੱਤੀ ਤੇ 2-4 ਦੋਸਤਾਂ ਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਨੋ ਯੂ ਸ਼ੁੱਡ ਗੋ ਅਹੈਡ। ਤੇ ਇਸ ਤਰ੍ਹਾਂ ਇਹ ਪੰਜਾਬੀ ਆਰਸੀ ਬਲੌਗ ਤੇ ਪੰਜਾਬੀ ਆਰਸੀ ਰਾਈਟਰਸ ਕਲੱਬ ਦੀ ਸ਼ੁਰੂਆਤ ਹੋਈ ਸੀ। ਬਹੁਤ ਖੂਬ। ਹੁਣ ਗੱਲ ਆਉਂਦੀ ਜੀ ਕਿ ਜਿਸ ਤਰ੍ਹਾਂ ਆਮ ਇਸ ਪਾਸੇ ਜਿਹੜਾ ਇੰਟਰਸਟ ਹੈਗਾ ਨੌਜਵਾਨ ਪੀੜ੍ਹੀ ਦਾ ਘਟਦਾ ਜਾ ਰਿਹਾ ਜਾਂ ਬਰਕਰਾਰ ਹੈ, ਉਹਦੇ ਬਾਰੇ ਤੁਸੀਂ ਕੀ ਵੇਖ ਰਹੇ ਹੈਗੇ? ਮੈਂ ਇਹ ਤਾਂ ਨਹੀਂ ਕਹਾਂਗੀ ਕਿ ਨੌਜਵਾਨ ਪੀੜ੍ਹੀ ਦਾ ਇੰਟਰਸਟ ਜੋ ਹੈ ਘਟਦਾ ਜਾ ਰਿਹਾ, ਬਲਕਿ ਫੇਸਬੁੱਕ ਦੇ ਜ਼ਰੀਏ ਔਰ ਬਲੌਗਾਂ ਦੇ ਜ਼ਰੀਏ ਜੋ ਹੈ ਇਹ ਇੰਟਰਸਟ ਕਾਫੀ ਵੱਧ ਰਿਹਾ ਹੈ। ਪਰ ਉਹ ਉਹੀ ਹੈ ਕਿ ਜਣਾ ਖਣਾ ਲੇਖਕ ਬਣ ਰਿਹਾ ਹੈ, ਜਿਹਦੇ ਵਿੱਚ ਨਹੀਂ ਵੀ ਗੁਣ ਹੈ ਤੇ ਉਹ ਟੈਲੈਂਟ ਹੈਗਾ ਤੇ ਉਹ ਮੋਬਾਈਲ ਤੇ ਚੱਲਦੀ, ਇੰਡੀਆ ਦੇ ਵਿੱਚ ਖਾਸ ਤੌਰ ਤੇ ਇੰਡੀਆ ਪਾਕਿਸਤਾਨ ਦੇ ਵਿੱਚ ਮੋਬਾਈਲ ਤੇ ਇੱਕ ਬੜੀ ਵੱਖਰੀ ਕਿਸਮ ਦੀ ਸ਼ਾਇਰੀ ਚੱਲਦੀ ਹੈ, ਤੁਕਬੰਦੀ। ਸੋ ਉਸ ਤਰ੍ਹਾਂ ਦੀਆਂ ਰਚਨਾਵਾਂ ਵੀ ਸਾਹਮਣੇ ਆ ਰਹੀਆਂ ਹੈ ਔਰ ਮੇਰਾ ਪ੍ਰਮੁੱਖ ਉਦੇਸ਼ ਪੰਜਾਬੀ ਆਰਸੀ ਦੇ ਜ਼ਰੀਏ ਇਹੀ ਹੈ ਕਿ ਉਹਨਾਂ ਨੂੰ ਅਸੀਂ ਜੋ ਹੈ ਮਿਆਰੀ ਸਾਹਿਤ ਵੱਲ ਰੁਚਿਤ ਕਰੀਏ। ਰਾਈਟ, ਹੁਣ ਇਹ ਵੀ ਜਿਹੜੀ ਤੁਸੀਂ ਗੱਲ ਕੀਤੀ, ਕਿਉਂਕਿ ਇੱਕ ਪਾਸੇ ਤਾਂ ਪੰਜਾਬੀ ਹਿੰਦੀ ਦੀ ਜਦ ਅਸੀਂ ਗੱਲ ਕਰਦੇ ਹਾਂ ਜਾਂ ਉਰਦੂ ਦੀ ਵੀ ਗੱਲ ਕਰਦੇ ਹਾਂ, ਆਪਣੀ ਰੀਜਨਲ ਲੈਂਗੁਏਜਸ ਪਿੱਛੇ ਨੂੰ ਜਾ ਰਹੀਆਂ ਹੈਗੀਆਂ ਨੇ ਤੇ ਯੰਗਸਟਰਸ ਜਿਹੜੇ ਨੇ ਕਈ ਵਾਰੀ ਇਨਫੀਰੀਓਰਿਟੀ ਕੰਪਲੈਕਸ ਵੀ ਆ ਜਾਂਦਾ ਕਿ ਯਾਰ ਮੈਂ ਪੰਜਾਬੀ ਜਾਂ ਹਿੰਦੀ 'ਚ ਲਿਖਾਂ। ਇਹ ਵੀ ਮਾਨਸਿਕਤਾ ਦੇ ਵਿੱਚ ਜਿਹੜੀ ਹੈ ਨਾ ਇੱਕ ਕੀੜਾ ਜਿਹੜਾ ਵੜ ਚੁੱਕਿਆ ਹੈਗਾ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਇਹ ਲੋਕਾਂ ਦੇ ਵਿੱਚ ਖਾਸ ਤੌਰ 'ਤੇ ਜਿਹੜੇ ਯੰਗਸਟਰਸ ਨੇ ਉਹਨਾਂ ਵਿੱਚ ਆਪਣੀ ਮਾਂ ਬੋਲੀ ਪ੍ਰਤੀ ਜਿਹੜਾ ਹੈਗਾ ਹੋਰ ਉਹਨਾਂ ਦਾ ਪਿਆਰ ਵਧੇ ਕਿ ਇਸ ਪਾਸੇ
ਪਾਸੇ ਵੀ ਤੁਸੀਂ ਪੰਜਾਬੀ ਇਸ ਕਲੱਬ ਵੱਲੋਂ ਰਾਈਟਰਸ ਕਲੱਬ ਵੱਲੋਂ ਕੁਝ ਕਰ ਰਹੇ ਹੈਗੇ? ਜੀ ਬਿਲਕੁਲ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਹੀ ਉਦਾਹਰਣ ਹੈ ਤੁਹਾਨੂੰ ਦੇਣੀ ਚਾਹੁੰਦੀ ਹਾਂ ਕਿ ਮੈਂ ਲਿਖਣਾ ਅੰਗਰੇਜ਼ੀ ਦੇ ਵਿੱਚ ਸ਼ੁਰੂ ਕੀਤਾ ਸੀ। ਅੱਛਾ ਜੀ। ਮੇਰੀਆਂ ਪਹਿਲੀਆਂ ਰਚਨਾਵਾਂ ਅੰਗਰੇਜ਼ੀ ਦੇ ਵਿੱਚ ਸੀ ਔਰ ਮੈਂ ਸਕੂਲ 10ਵੀਂ ਕਰ ਰਹੀ ਸੀ ਜਦੋਂ ਮੈਂ ਉਹ ਨਜ਼ਮਾਂ ਲਿਖੀਆਂ। ਮੈਂ ਲਿਖ ਕੇ ਡੈਡੀ ਜੀ ਨੂੰ ਦਿਖਾਈਆਂ ਔਰ ਉਹ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਮੇਰਾ ਬੇਸ ਅੰਗਰੇਜ਼ੀ ਰਿਹਾ ਹੈ ਸ਼ੁਰੂ ਤੋਂ। ਤੇ ਪਰ ਉਹਨਾਂ ਨੇ ਫਿਰ ਮੈਨੂੰ ਮੋਟੀਵੇਟ ਕੀਤਾ ਕਿ ਨਹੀਂ ਬੇਟਾ, ਆਪਣੀ ਜੋ ਹੈ ਮਾਦਰੀ ਜ਼ਬਾਨ ਹੈ, ਆਪਣੀ ਮਦਰ ਟੰਗ ਦੇ ਵਿੱਚ, ਆਪਣੀ ਮਾਤ ਭਾਸ਼ਾ ਦੇ ਵਿੱਚ ਲਿਖਣਾ ਚਾਹੀਦਾ ਹੈ। ਸੋ ਮੈਂ ਉਹ ਫਿਰ ਬੈਠ ਕੇ ਸਾਰੀਆਂ ਨਜ਼ਮਾਂ ਜਿਹੜੀਆਂ ਸੀਗੀਆਂ ਉਹ ਟ੍ਰਾਂਸਲੇਟ ਕੀਤੀਆਂ। ਤੇ ਹੁਣ ਵੀ ਜਦੋਂ ਮੈਂ ਬਾਕੀ ਭਾਸ਼ਾਵਾਂ ਦੇ ਵਿੱਚ ਕਿਸੇ ਨੂੰ ਪੰਜਾਬੀ ਜਿਨ੍ਹਾਂ ਦਾ ਬੇਸ ਹੈ ਉਹਨਾਂ ਨੂੰ ਲਿਖਦੇ ਦੇਖਦੀ ਹਾਂ ਤੇ ਮੈਂ ਉਹਨਾਂ ਨੂੰ ਜ਼ਰੂਰ ਮੋਟੀਵੇਟ ਕਰਦੀ ਹਾਂ ਤੇ ਵੀ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਲਿਖੋ, ਆਪਣੀ ਜ਼ਬਾਨ ਦੇ ਵਿੱਚ ਲਿਖੋ, ਆਪਣੀ ਬੋਲੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕਿਉਂਕਿ ਇਹ ਜੋ ਹੈ ਮੇਰੇ ਵਿੱਚ ਇੱਕ ਜਾਗਰਤੀ ਪੰਜਾਬੀ ਆਰਸੀ ਦੇ ਜ਼ਰੀਏ ਹੀ ਆਈ ਹੈ। ਬਹੁਤ ਖੂਬ ਜੀ। ਇਹਦੇ ਨਾਲ ਯੰਗ ਰਾਈਟਰਸ ਦੀ ਜਦ ਗੱਲ ਕਰਨੇ ਤੇ ਹਾਲ ਹੀ ਵਿੱਚ ਤੁਸੀਂ ਵੀ ਆਪਣੀ ਪਹਿਲੀ ਕਿਤਾਬ ਲੈ ਕੇ ਆਏ, ਉਸ ਸੰਬੰਧ ਵਿੱਚ ਦੱਸੋ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ? ਕਿਉਂਕਿ ਕਿਤਾਬ ਪਹਿਲੀ ਗੱਲ ਤਾਂ ਬੜਾ ਮੁਸ਼ਕਿਲ ਹੁੰਦਾ, ਪਹਿਲਾਂ ਤਾਂ ਸੰਗ੍ਰਹਿ ਸਾਰਾ ਕੁਝ ਇਕੱਠਾ ਕਰਨਾ ਫਿਰ ਉਸਨੂੰ ਛਾਪਣਾ, ਤੇ ਇਹ ਹਾਲ ਹੀ ਵਿੱਚ ਜਿਹੜਾ ਤੁਸੀਂ ਫੰਕਸ਼ਨ ਕੀਤਾ ਬੜਾ ਕਾਮਯਾਬੀ ਰਿਹਾ ਸੀ, ਤੇ ਉਹਦੇ ਮੁਤਲਕ ਤੁਸੀਂ ਕਿਸ ਤਰ੍ਹਾਂ ਦਾ ਫੀਲ ਕਰਦੇ ਹੈਗੇ ਹੋ ਤੇ ਇਹਦੇ ਨਾਲ ਕੀ ਮੈਸੇਜ ਆਉਂਦਾ ਹੈ ਸੋਸਾਇਟੀ ਨੂੰ? ਜੀ ਹਰਪ੍ਰੀਤ ਜੀ, ਮੇਰੇ ਲਈ ਕਿਤਾਬ ਛਪਵਾਉਣਾ ਬਹੁਤ ਮੁਸ਼ਕਿਲ ਕੰਮ ਸੀ ਕਿਉਂਕਿ ਆਰਸੀ ਤੇ ਮੈਂ ਬਹੁਤ ਮੇਰੇ ਰੁਝੇਵੇਂ ਵਧੇ ਹੋਏ ਸੀ। ਮੈਂ ਲੇਖਕਾਂ ਨੂੰ ਪ੍ਰਮੋਟ ਕਰਨ ਦੇ ਵਿੱਚ ਲੱਗੀ ਹੋਈ ਸੀ ਤੇ ਉਧਰੋਂ ਪਰਮਿੰਦਰ ਸੋਢੀ ਸਾਹਿਬ, ਦਰਸ਼ਨ ਦਰਵੇਸ਼ ਜੀ, ਹਸਨ ਅਬਾਸੀ ਸਾਹਿਬ, ਰਵਿੰਦਰ ਰਵੀ ਸਾਹਿਬ ਤੇ ਹੋਰ ਬੜੇ ਨਾਮਵਰ ਲੇਖਕ ਜੋ ਮੇਰੀ ਦੋਸਤੀ ਦੀ ਲਿਸਟ ਦੇ ਵਿੱਚ ਹਨ, ਜਿਨ੍ਹਾਂ ਦੇ ਨਾਲ ਤਕਰੀਬਨ ਮੇਰੀ ਹਰ ਰੋਜ਼ ਹੀ ਗੱਲ ਹੁੰਦੀ ਆ, ਉਹਨਾਂ ਨੇ ਮੈਨੂੰ ਕਿਹਾ ਕਿ ਤਨਦੀਪ ਤੁਸੀਂ ਥੋੜਾ ਜਿਹਾ ਆਰਸੀ ਦੇ ਵੱਲੋਂ ਧਿਆਨ ਘਟਾ ਕੇ ਇਸ ਕਿਤਾਬ ਵੱਲ ਲਗਾਓ। ਔਰ ਸਭ ਤੋਂ ਜ਼ਿਆਦਾ ਮਤਲਬ ਜੋ ਇਹ 'ਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ 10 ਸਾਲਾਂ ਤੋਂ ਮੈਂ ਇਸ ਕਿਤਾਬ ਦੇ ਖਰੜੇ ਦੇ ਉੱਤੇ ਕੰਮ ਕਰ ਰਹੀ ਸੀ। ਅੱਛਾ ਜੀ। ਦਸੰਬਰ ਦੇ ਮਹੀਨੇ ਦੇ ਵਿੱਚ ਖਰੜਾ ਕੱਢਣਾ, ਕੁਝ ਦਿਨ ਕੰਮ ਕਰ ਲੈਣਾ, ਫਿਰ ਵਾਪਸ ਰੱਖ ਦੇਣਾ, ਬਟ ਮੈਂ ਉਹਨੂੰ ਕਦੇ ਕੰਪਲੀਟ ਨਹੀਂ ਕਰ ਸਕੀ ਔਰ ਮੈਨੂੰ ਲੱਗਦਾ ਸੀ ਕਿ ਮੈਂ ਇਹ ਬਹੁਤ ਹਾਰਡ ਮਿਸ਼ਨ ਹੈ, ਕਦੇ ਵੀ ਅਕੰਪਲਿਸ਼ ਨਹੀਂ ਹੋ ਸਕਦਾ। ਤੇ ਇਸ ਫਰਵਰੀ ਤੋਂ ਲੈ ਕੇ ਫਿਰ ਮੈਂ ਮਈ ਤੱਕ ਪੂਰੇ 3-4 ਮਹੀਨੇ ਜੋ ਹੈ ਇਸ ਤੇ ਖਰੜੇ ਦੇ ਉੱਤੇ ਕੰਮ ਕੀਤਾ ਤੇ ਇਹ ਜੋ ਕਿਤਾਬ ਹੈ ਮੇਰੀ ਇੱਕ ਦੀਵਾ ਇੱਕ ਦਰਿਆ ਹੁਣੇ ਪ੍ਰਕਾਸ਼ਿਤ ਹੋ ਕੇ ਆਈ ਹੈ, ਜਿਸ ਨੂੰ ਅਸੀਂ ਪੰਜਾਬੀ ਆਰਸੀ ਰਾਈਟਰਸ ਕਲੱਬ ਵੱਲੋਂ ਹੀ ਪ੍ਰਕਾਸ਼ਿਤ ਕੀਤਾ ਹੈ। ਜਲੰਧਰ ਤੋਂ ਇਸ ਦੀ ਛਪਾਈ ਹੋਈ ਹੈ, ਛਪਾਈ ਬੜੀ ਖੂਬਸੂਰਤ ਹੈ। ਬਹੁਤ ਖੂਬ ਜੀ। ਇਹਦੇ ਵਿੱਚ 1 ਦਹਾਕੇ ਦਾ ਤੁਹਾਡੀ ਮਿਹਨਤ ਜਿਹੜੀ ਹੈ ਉਹ ਰਿਫਲੈਕਟ ਹੁੰਦੀ ਹੈ। ਇਸ ਬਾਰੇ ਜਾਣਕਾਰੀ ਲੈਣੇ ਇਸ ਬ੍ਰੇਕ ਤੋਂ ਬਾਅਦ ਕੀ ਕੁਝ ਤੁਸੀਂ ਇਸ ਦੇ ਵਿੱਚ ਉਜਾਗਰ ਕੀਤਾ ਹੈ, ਇਸ ਬ੍ਰੇਕ ਤੋਂ ਬਾਅਦ ਜ਼ਰੂਰ ਦੱਸੋ ਜੀ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਤਨਦੀਪ ਤਮੰਨਾ ਸਾਡੇ ਨਾਲ ਸਾਂਝ ਪਾ ਰਹੇ ਨੇ ਤੇ ਦੱਸ ਰਹੇ ਨੇ ਕਿ ਕਿਸ ਤਰੀਕੇ ਨਾਲ ਪੰਜਾਬੀ ਸਾਹਿਤ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਦੇ ਰਾਈਟਰਸ ਕਲੱਬ ਵੱਲੋਂ ਉਦਮ ਕੀਤੇ ਜਾ ਰਹੇ ਨੇ ਤੇ ਨਾਲ ਖਾਸ ਤੌਰ ਦੇ ਉੱਤੇ ਇਹਨਾਂ ਵੱਲੋਂ ਜਿਹੜੀ ਕਿਤਾਬ ਲਿਖੀ ਗਈ ਹੈ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ ਜੀ। ਸੋ ਇਹ ਕਿਤਾਬ ਜਿਹੜੀ ਜੀ ਇੱਕ ਦੀਵਾ ਇੱਕ ਦਰਿਆ, ਇਹਦੇ ਵਿੱਚ ਤੁਸੀਂ ਕਿਸ ਚੀਜ਼ ਨੂੰ ਫੋਕਸ ਕਰਕੇ ਕੀ ਲਿਖਿਆ ਹੈ ਜੀ ਇਹਦੇ ਵਿੱਚ? ਮੈਂ ਕਦੇ ਵੀ ਹਰਪ੍ਰੀਤ ਜੀ ਫੋਕਸ ਕਰਕੇ ਜਾਂ ਕਿਸੇ ਵਿਸ਼ੇ ਦੇ ਉੱਤੇ ਮੈਂ ਕਦੇ ਵੀ ਕਨਸੈਂਟਰੇਟ ਕਰਕੇ ਨਹੀਂ ਲਿਖ ਸਕੀ ਕਿਉਂਕਿ ਸ਼ਾਇਰੀ ਜਿਹੜਾ ਅਸਲੀ ਸ਼ਾਇਰ ਹੈ ਉਹਨੂੰ ਮੈਂ ਮੰਨਦੀ ਹਾਂ ਉਹਨੂੰ ਸ਼ਾਇਰੀ ਦਾ ਇਲਹਾਮ ਹੁੰਦਾ ਹੈ। ਜੇ ਇਲਹਾਮ ਨਹੀਂ ਹੁੰਦਾ ਤਾਂ ਤੁਸੀਂ ਵਿਸ਼ੇ ਬਾਰੇ ਸੋਚ ਕੇ ਲਿਖਦੇ ਹੋ ਤਾਂ ਉਹ ਸ਼ਾਇਰੀ ਨਹੀਂ ਹੈ, ਮੈਂ ਉਸ ਨੂੰ ਸ਼ਾਇਰੀ ਨਹੀਂ ਮੰਨਦੀ। ਸੋ ਮੈਂ ਉਦੋਂ ਹੀ ਲਿਖਦੀ ਹਾਂ ਤੇ ਜਦੋਂ ਮੈਨੂੰ ਇਲਹਾਮ ਹੁੰਦਾ ਹੈ ਤੇ ਇਸ ਮਤਲਬ ਇਹਦੇ ਵਿੱਚ ਮੇਰੀ ਪਿਛਲੇ 28 ਸਾਲਾਂ ਦੀ ਮਿਹਨਤ ਹੈ ਕਿਉਂਕਿ ਮੈਂ ਤਕਰੀਬਨ 12 ਸਾਲ ਦੀ ਉਮਰ ਦੇ ਵਿੱਚ ਪਹਿਲੀ ਨਜ਼ਮ ਲਿਖੀ ਸੀ ਤੇ ਹੁਣ ਉਮਰ ਦੇ ਇਸ ਮੁਕਾਮ ਤੇ ਜਾ ਕੇ ਮੈਂ ਕਿਤਾਬ ਇਹ ਛਾਪੀ ਹੈ। ਸੋ ਨਜ਼ਮਾਂ ਜਿਹੜੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਸਹੀ ਕਿਹਾ, ਇਹ ਤਾਂ ਦਿਲੋਂ ਜਦੋਂ ਆਵਾਜ਼ ਆਉਂਦੀ ਤਦ ਹੀ ਲਿਖ ਸਕਦੇ ਹੋ, ਪਰ ਕੋਈ ਨਾ ਕੋਈ ਜਿਹੜਾ ਫੋਕਸ ਹੁੰਦਾ ਕਿਸੇ ਨਾ ਕਿਸੇ ਚੀਜ਼ ਤੇ ਹੁੰਦਾ ਹੈ। ਤੁਸੀਂ ਕਿਸ ਤੇ ਕੀਤਾ? ਕੋਈ ਰੂਹਾਨੀਅਤ ਦੇ ਉੱਤੇ, ਰੋਜ਼ਮਰਾ ਜ਼ਿੰਦਗੀ ਦੇ ਉੱਤੇ, ਜਾਂ ਜੋ ਸੁਸਾਇਟੀ ਵਿੱਚ ਆਲੇ ਦੁਆਲੇ ਵਾਪਰ ਰਿਹਾ, ਕਿਸ ਚੀਜ਼ ਤੇ ਫੋਕਸ ਕੀਤਾ ਤੁਸੀਂ? ਜੇ ਮੈਂ ਇਸ ਤਰ੍ਹਾਂ ਗੱਲ ਕਰਾਂ ਤਾਂ ਇਹ ਨਿੱਜ ਤੋਂ, ਇਹ ਜੋ ਸਫ਼ਰ ਹੈ ਮੇਰੀ ਕਵਿਤਾ ਦਾ, ਇਹ ਨਿੱਜ ਤੋਂ ਸ਼ੁਰੂ ਹੋ ਕੇ ਇਹ ਸਰਵ ਵਿਆਪਕ ਹੋ ਜਾਂਦਾ ਹੈ। ਇਹ ਸਾਰਾ ਬ੍ਰਹਿਮੰਡ ਦੇ ਵਿੱਚ ਆ ਜਾਂਦਾ ਹੈ। ਜਦੋਂ ਮੈਂ ਲਿਖਦੀ ਹਾਂ ਮੈਨੂੰ ਖੁਦ ਵੀ ਨਹੀਂ ਪਤਾ ਹੁੰਦਾ ਕਿ ਵੀ ਮੈਂ ਕੀ ਲਿਖ ਰਹੀ ਹਾਂ। ਸੁਣਨਾ ਚਾਹਾਂਗੇ ਜੀ ਕੀ ਲਿਖਿਆ ਹੈ ਜੀ। ਮੈਂ ਪਹਿਲੀ ਨਜ਼ਮ ਪੇਸ਼ ਕਰ ਰਹੀ ਹਾਂ, ਇਜਾਜ਼ਤ ਹੈ? ਇਹਦਾ ਅਨੁਵਾਨ ਹੈ ਮੁਹੱਬਤ ਤੁਖ ਰਹੀ ਹੈ ਜੀ। ਮੈਂ ਪੁੱਛਦੀ ਹਾਂ ਮੁਹੱਬਤ ਕਿਹੋ ਜਿਹੀ ਹੁੰਦੀ ਹੈ, ਮੈਂ ਪੁੱਛਦੀ ਹਾਂ ਮੁਹੱਬਤ ਕਿਹੋ ਜਿਹੀ ਹੁੰਦੀ ਹੈ। ਉਹ ਆਖਦਾ ਮੁਹੱਬਤ ਜੰਗਲ ਦੀ ਅੱਗ ਨਹੀਂ, ਇਹ ਸੂਮ ਦੀ ਲੱਕੜੀ ਵਾਂਗ ਮੰਦ ਮੰਦ ਧੁਖਦੀ, ਰਿਸ਼ਤੇ ਵਿੱਚ ਨਿੱਘ ਰੱਖਦੀ, ਹਰ ਪਲ ਪਿਆਸ ਵਧਾਵੇ, ਮਿੱਠਾ ਨਹੀਂ ਇਹ ਖਾਰਾ ਪਾਣੀ ਹੈ। ਵਾਹ। ਮੈਂ ਕੋਹਰੇ ਜੰਮੀ ਖਿੜਕੀ ਵੱਲ ਵੇਖਿਆ ਤੇ ਮੁਸਕਰਾਈ, ਮੁੱਠੀ ਇੰਨੀ ਵੀ ਨਾ ਘੁੱਟੀ ਕਿ ਮੇਰਾ ਦਮ ਨਿਕਲ ਜਾਏ, ਢਿੱਲੀ ਵੀ ਨਾ ਛੱਡੀ ਕਿ ਮੈਂ ਉੱਡ ਜਾਵਾਂ। ਵਾਹ ਜੀ ਵਾਹ। ਰੁੱਤਾਂ ਬਦਲ ਰਹੀਆਂ ਨੇ, ਬਹੁਤ ਖਾਮੋਸ਼ੀ ਏ, ਅਸੀਂ ਅੱਜ ਵੀ ਮੁਸਲਸਲ ਤੁਰ ਰਹੇ ਹਾਂ। ਕਦੇ ਸਮੁੰਦਰ ਵਿੱਚ ਲੰਗਰ ਸੁੱਟੀ ਮੌਨ ਖੜੇ ਜਹਾਜ਼ਾਂ ਵੱਲ, ਕਦੇ ਖਾਮੋਸ਼ ਜਹੀ ਮੋਮਬੱਤੀ ਦੇ ਆਖਰੀ ਸਾਹ ਤੱਕ ਕਿਰਦੇ ਹੰਝੂਆਂ ਵੱਲ, ਤੇ ਕਦੇ ਹਰਿਆਂ ਤੋਂ ਕਿਰਮਚੀ ਹੋਏ ਮੇਪਲ ਦੇ ਪੱਤਿਆਂ ਵੱਲ।
ਘੰਟਿਆਂ ਬੱਦੀ ਨੀਝ ਲਗਾ ਕੇ ਵੇਖ ਰਹੀ ਹਾਂ। ਬਹੁਤ ਖੂਬ। ਰੁੱਤਾਂ ਬਦਲ ਰਹੀਆਂ ਨੇ, ਮੁਹੱਬਤ ਧੁਖ ਰਹੀ ਹੈ, ਅਸੀਂ ਅੱਜ ਵੀ ਮੁਸਲਸਲ ਚੱਲ ਰਹੇ ਹਾਂ। ਬਹੁਤ ਖੂਬ ਜੀ, ਵੈਰੀ ਨਾਈਸ। ਸੋ ਬਿਲਕੁਲ ਜੀ, ਇਹ ਨਜ਼ਰ ਆਉਂਦਾ ਹੈ ਕਿ ਤੁਹਾਡੀ ਜਿਸ ਤਰ੍ਹਾਂ ਤੁਸੀਂ ਕਿਹਾ 28 ਸਾਲ ਦੀ ਜਿਹੜੀ ਮਿਹਨਤ ਹੈ ਉਹ ਹੁਣ ਤੁਸੀਂ ਇਸ ਕਿਤਾਬ ਰਾਹੀਂ ਲੋਕਾਂ ਤੱਕ ਲੈ ਕੇ ਆਏ ਹੋ। ਇੱਕ ਹੋਰ ਨਜ਼ਮ ਸੁਣਨਾ ਚਾਹਾਂਗੇ ਜੀ। ਖੁਦਾ ਖੈਰ ਕਰੇ। ਤੁਸੀਂ ਨੋਟ ਕਰੋਗੇ ਕਿ ਮੇਰੀਆਂ ਨਜ਼ਮਾਂ ਦੇ ਵਿੱਚ ਸੰਵਾਦ ਹੈ ਜੀ। ਮੈਂ ਸਰਸਰੀ ਪੁੱਛ ਬੈਠੀ ਕੀ ਹਾਲ ਚਾਲ ਹੈ, ਮੈਂ ਸਰਸਰੀ ਪੁੱਛ ਬੈਠੀ ਕੀ ਹਾਲ ਚਾਲ ਹੈ, ਤੇਰਾ ਜਵਾਬ ਸੀ ਜੋ ਅੱਗ ਲੱਗਣ ਤੋਂ ਬਾਅਦ ਕਾਹਦੇ ਬੂਝਿਆਂ ਦਾ ਹੁੰਦਾ ਹੈ। ਅੱਛਾ ਜੀ। ਬੁੱਲ ਸੀਤੇ ਗਏ ਸਨ ਮੇਰੇ, ਕੁਝ ਪਲਾਂ ਦਾ ਸੰਨਾਟਾ, ਤੇਰਾ ਦਰਦ ਮੇਰੀ ਰੂਹ ਹਵਾਲੇ ਕਰ ਗਿਆ ਸੀ। ਤੂੰ ਕਿਹਾ ਚਾਹੇ ਗੱਲਾਂ ਨਾ ਕਰ, ਪਰ ਬਾਤਾਂ 'ਚ ਹੁੰਗਾਰਾ ਤਾਂ ਦੇ, ਸ਼ਾਮ ਸੌਖੀ ਬੀਤ ਜਾਵੇ। ਵਾਹ। ਮੈਂ ਕਿਹਾ ਕਿਤੇ ਸ਼ਾਮ ਨਾਲ ਗੱਲਾਂ ਵੀ ਬੀਤੀਆਂ ਨਾ ਹੋ ਜਾਵਣ, ਹੁੰਗਾਰਾ ਭਰਦਿਆਂ ਕੋਈ ਬਾਤ ਨਾ ਪੈ ਜਾਵੇ। ਤੂੰ ਹਸਰਤ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਫਿਰ ਠੰਡਾ ਹੌਕਾ ਭਰ ਕੇ ਰਹਿ ਗਿਆ ਸੀ। ਤੂੰ ਵਾਸਤਾ ਪਾਇਆ ਬਹਾਰਾਂ 'ਚ ਤਾਂ ਨਾ ਮਿਲਿਆ ਕਰ ਪਤਝੜ ਵਰਗਾ ਚਿਹਰਾ ਲੈ ਕੇ। ਮੈਂ ਕਿਹਾ ਗਿਲਾ ਤੇਰਾ ਵੀ ਜਾਇਜ਼ ਏ, ਪਰ ਮੈਂ ਤੈਨੂੰ ਬਾਰਿਸ਼ ਵਿੱਚ ਵੀ ਤਾਂ ਮਿਲਦੀ ਹਾਂ, ਅੱਖਾਂ 'ਚ ਝੜੀ ਲੈ ਕੇ। ਹੁਣ ਆਪਾਂ ਦੋਵੇਂ ਚੁੱਪ ਖੜੇ ਸੀ, ਮੇਰੀਆਂ ਅੱਖਾਂ ਵਿਚਲੀ ਸ਼ੋਖ ਤਿਤਲੀ ਤੇਰੇ ਮਨ ਦੇ ਮੰਚਲੇ ਭੌਰੇ ਦਾ ਹੱਥ ਫੜ ਕੇ ਤਰਕ ਦੇ ਗਲੇਸ਼ੀਅਰ ਦੀ ਸੀਮਾ ਪਾਰ ਕਰ ਚੁੱਕੀ ਸੀ ਤੇ ਆਪਾਂ ਸੂਰਜ ਨੂੰ ਦੁਮੇਲ ਤੇ ਅਸਤ ਹੁੰਦਾ ਦੇਖ ਰਹੇ ਸੀ। ਜੀ ਬਹੁਤ ਸ਼ੁਕਰੀਆ। ਬਹੁਤ ਵਧੀਆ ਜੀ। ਸੋ ਇਹ ਅਗੇਨ ਉਹੀ ਗੱਲ ਹੈ ਜੀ ਕਿ ਇਹਦੇ ਵਾਸਤੇ ਕੁਆਲਿਟੀਜ਼ ਜਿਹੜੀਆਂ ਹੈਗੀਆਂ, ਕੋਈ ਮੈਂ ਚਾਹਾਂਗਾ ਕਿ ਤੁਹਾਡੇ ਐਕਸਪੀਰੀਅੰਸ ਨਾਲ, ਕਿਉਂਕਿ ਪਿਤਾ ਜੀ ਦਾ ਵੀ ਬੜਾ ਇੰਪੈਕਟ ਪਿਆ, ਤੁਸੀਂ ਆਪ ਵੀ ਮਿਹਨਤ ਕੀਤੀ ਹੈ, ਜਿਹੜੇ ਐਸਪਾਇਰਿੰਗ ਰਾਈਟਰਸ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ ਚੰਗੀ ਸਾਹਿਤ ਜਿਹੜੀ ਹੈ ਉਸ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਹਰਪ੍ਰੀਤ ਜੀ ਪੜ੍ਹਨਾ ਬਹੁਤ ਜ਼ਰੂਰੀ ਹੈ। ਮੈਂ ਨਿੱਠ ਕੇ ਮੇਰਾ 4-5 ਘੰਟੇ ਦਾ ਰੋਜ਼ ਅਜੇ ਵੀ ਅਧਿਐਨ ਹੈ। ਮੈਂ ਪੜ੍ਹਦੀ ਹਾਂ, ਚੰਗਾ ਸਾਹਿਤ ਪੜ੍ਹਦੀ ਹਾਂ, ਚਾਹੇ ਉਹ ਹਿੰਦੀ ਦਾ ਹੋਵੇ, ਪੰਜਾਬੀ ਦਾ ਹੋਵੇ, ਅੰਗਰੇਜ਼ੀ ਦਾ ਜਾਂ ਉਰਦੂ ਦਾ ਹੋਵੇ। ਸੋ ਜਿੰਨੀਆਂ ਤੁਹਾਨੂੰ ਜ਼ਬਾਨਾਂ ਆਉਣਗੀਆਂ ਨੈਚੁਰਲੀ ਤੁਹਾਡੇ ਲਈ ਉਹਨੇ ਵਾਸਟ ਚੈਨਲਸ ਖੁੱਲ ਜਾਂਦੇ ਨੇ। ਫਾਰਸੀ ਤੱਕ ਦੇ ਮੇਰੇ ਲਈ ਹੁਣ ਚੈਨਲ ਖੁੱਲੇ ਆ, ਮੈਂ ਪੜ੍ਹ ਲੈਣੀ ਹੈਗੀ। ਤੇ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮਿਆਰੀ ਸਾਹਿਤ ਪੜ੍ਹਨਾ ਜ਼ਰੂਰੀ ਹੈ। ਇਹ ਨਹੀਂ ਕਿ ਜਿੱਦਾਂ ਦੀ ਹੁਣ ਸਾਡੇ ਮਾਰਕੀਟ ਦੇ ਵਿੱਚ ਬੜਾ ਜੰਕ ਸਾਹਿਤ ਛਪ ਕੇ ਆ ਰਿਹਾ ਪੈਸੇ ਦੇ ਜ਼ੋਰ ਦੇ ਉੱਤੇ ਜਾਂ ਹੋਰ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ, ਤੇ ਉਹਨਾਂ ਨੂੰ ਤੁਸੀਂ ਇਗਨੋਰ ਕਰੋ। ਚੰਗਾ ਸਾਹਿਤ ਪੜ੍ਹੋ ਔਰ ਆਪਣਾ ਜੋ ਕਲਾਸਿਕ ਸਾਹਿਤ ਹੈ ਪੰਜਾਬੀ ਦਾ ਉਸ ਨੂੰ ਵੀ ਪੜ੍ਹਨਾ ਬਹੁਤ ਜ਼ਰੂਰੀ ਹੈ। ਬਾਬਾ ਬੁੱਲੇ ਸ਼ਾਹ ਪੜ੍ਹੋ, ਵਾਰਿਸ ਸ਼ਾਹ ਨੂੰ ਪੜ੍ਹੋ, ਤੇ ਔਰ ਜੋ ਤੁਸੀਂ ਲਿਖੋ ਤਾਂ ਚੰਗਾ ਲਿਖੋ ਔਰ ਕਿਸੇ ਦੀ ਇਸਲਾਹ ਜ਼ਰੂਰ ਲਵੋ। ਇਸਲਾਹ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਖੂਬ ਜੀ। ਤੇ ਅਖੀਰ ਵਿੱਚ ਇੱਕ ਹੋਰ ਨਜ਼ਮ ਨਾਲ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸਮਾਪਤੀ ਜੀ। ਜੀ ਬਿਲਕੁਲ। ਇਹ ਨਜ਼ਮ ਮੈਂ ਰਾਬਰਟ ਜ਼ਕਿੰਸਕੀ ਨੂੰ ਸਮਰਪਿਤ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਟੇਜ਼ਰ ਦੇ ਨਾਲ ਉਸ ਦੀ 2007 ਦੇ ਵਿੱਚ ਇੱਥੇ ਮੌਤ ਹੋ ਗਈ ਸੀ ਜੀ। ਮੇਰੀ ਨਜ਼ਮ ਸਹਿਮੀ ਖੜੀ ਹੈ, ਮੇਰੀ ਨਜ਼ਮ ਵੀ ਗਿਟਾਰ ਨਾਲ ਸਮੁੰਦਰੀ ਤੱਟ ਤੇ ਉਹ ਕੈਨੇਡਾ ਗਾ ਕੇ ਸੁੰਦਰ ਮੇਪਲ ਰੁੱਖਾਂ, ਪਰਬਤਾਂ, ਝੀਲਾਂ, ਝਰਨਿਆਂ, ਗਲੇਸ਼ੀਅਰਾਂ ਦੀ ਨਜ਼ਰ ਉਤਾਰਨਾ ਚਾਹੁੰਦੀ ਹੈ। ਸਰਗੀ ਤੋਂ ਪਹਿਲਾਂ ਸ਼ਹਿਰ ਦੀ ਫਸੀਲ ਤੋਂ ਸਾਰੇ ਮੁਸ਼ਕੇ ਖੂਨ ਦੇ ਧੱਬੇ ਪੂੰਝ ਸੁੱਟੀਏ ਜੀ। ਮੇਰੀ ਨਜ਼ਮ ਸਹਿਮੀ ਖੜੀ ਹੈ ਕਿ ਕਿਤੇ ਅਟੈਚੀ ਵਿੱਚ ਦੇਸੋਂ ਲੁਕ ਕੇ ਆਈ ਮੇਰੀ ਬੋਲੀ ਰੰਗ, ਜ਼ਾਤ, ਮਜ਼ਹਬ ਕਰਕੇ ਟੇਜ਼ਰ ਦੀ ਸ਼ਿਕਾਰ ਨਾ ਹੋ ਜਾਵੇ। ਵਾਹ। ਮੇਰੀ ਨਜ਼ਮ ਨੋ ਮੈਨਸ ਲੈਂਡ ਵਿੱਚ ਸਹਿਮੀ ਖੜੀ ਹੈ, ਉਡੀਕ ਰਹੀ ਹੈ ਉਸਨੇ ਉਹ ਕੈਨੇਡਾ ਗਾਉਣ ਤੋਂ ਪਹਿਲਾਂ ਜ਼ਕਿੰਸਕੀ ਦੀ ਬੋਲੀ ਦਾ ਅਨੁਵਾਦ ਕਰਨਾ ਹੈ। ਬਹੁਤ ਖੂਬ, ਬਹੁਤ ਸ਼ੁਕਰੀਆ। ਧੰਨਵਾਦ ਜੀ। ਐਂਡ ਬੈਸਟ ਵਿਸ਼ੇਸ ਕਿ ਤੁਸੀਂ ਜਿਸ ਮਕਸਦ ਨਾਲ ਅੱਗੇ ਇਹ ਸੋਚ ਨੂੰ ਅੱਗੇ ਲੈ ਕੇ ਆ ਰਹੇ ਹੋ, ਇਸ ਨਾਲ ਚੰਗਾ ਸਹਿਤ ਜੋ ਹੈ ਇਸ ਨਾਲ ਲੋਕ ਜੁੜਨ ਤੇ ਖਾਸ ਤੌਰ ਤੇ ਤੁਸੀਂ ਆਪਣੇ ਬੱਚਿਆਂ ਨੂੰ ਜੋੜ ਸਕੀਏ ਤਾਂ ਕਿ ਸਾਨੂੰ ਮਾਣ ਹੋ ਸਕੇ। ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਤੁਹਾਡਾ ਤੇ ਜੋਏ ਟੀਵੀ ਦਾ।